सर्दियां ਅਤੇ ਗਰਮੀਆਂ ਦੋਵਾਂ ਮੌਸਮਾਂ ਵਿੱਚ ਆਈਸਕ੍ਰੀਮ ਦੀ ਮੰਗ ਬਣੀ ਰਹਿੰਦੀ ਹੈ। ਆਈਸਕ੍ਰੀਮ ਇੱਕ ਭੋਜਨ ਉਤਪਾਦ ਹੈ ਜੋ ਦੁਨੀਆ ਭਰ ਵਿੱਚ ਹਰ ਕਿਸੇ ਦੁਆਰਾ ਪਸੰਦ ਕੀਤਾ ਜਾਂਦਾ ਹੈ। ਬਾਜ਼ਾਰ ਵਿੱਚ ਇਹ ਵੱਖ-ਵੱਖ ਫਲੇਵਰਾਂ ਵਿੱਚ ਉਪਲਬਧ ਹੈ। ਇਸ ਨੂੰ ਬੱਚਿਆਂ ਅਤੇ ਬਜ਼ੁਰਗਾਂ ਦੋਵਾਂ ਦੁਆਰਾ ਪਿਆਰ ਕੀਤਾ ਜਾਂਦਾ ਹੈ। ਪਾਰਟੀਆਂ, ਵਿਆਹ ਅਤੇ ਹੋਰ ਫੰਕਸ਼ਨਾਂ ਵਿੱਚ ਆਈਸਕ੍ਰੀਮ ਦੀ ਬਹੁਤ ਜ਼ਿਆਦਾ ਮੰਗ ਰਹਿੰਦੀ ਹੈ। ਇਸ ਲਈ ਆਈਸਕ੍ਰੀਮ ਨਾਲ ਜੁੜਿਆ ਕਾਰੋਬਾਰ ਬਹੁਤ ਲਾਭਦਾਇਕ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਆਈਸਕ੍ਰੀਮ ਬਣਾਉਣ ਦੇ ਕਾਰੋਬਾਰ ਬਾਰੇ ਜਾਣਕਾਰੀ ਦੇਵਾਂਗੇ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਕਿਹੜੀਆਂ ਮਸ਼ੀਨਾਂ ਅਤੇ ਉਪਕਰਨਾਂ ਦੀ ਲੋੜ ਪਵੇਗੀ। ਮਸ਼ੀਨਾਂ ਵਿੱਚ ਤੁਹਾਨੂੰ ਪੇਸਚਰਾਈਜ਼ਰ ਸਮਰੂਪ, ਕਰੀਮ ਵਿਭਾਜਕ, ਹੀਟ ਐਕਸਚੇਂਜਰ, ਏਜਿੰਗ ਟੈਂਕ, ਨਿਰੰਤਰ ਫ੍ਰੀਜ਼ਰ ਅਤੇ ਆਈਸਕ੍ਰੀਮ ਹਾਰਡਨਰ ਦੀ ਲੋੜ ਹੋਵੇਗੀ। ਸੰਗ੍ਰਹਿ ਟੈਂਕ, ਸਟੋਰੇਜ ਟੈਂਕ, ਆਈਸਕ੍ਰੀਮ ਮੋਲਡ ਅਤੇ ਹੋਰ ਹੈਂਡਲਿੰਗ ਉਪਕਰਨ ਵਰਗੇ ਉਪਕਰਨਾਂ ਦੀ ਲੋੜ ਵੀ ਪਵੇਗੀ। ਜੇਕਰ ਤੁਸੀਂ ਇਹ ਕਾਰੋਬਾਰ ਮਾਈਕਰੋ ਛੋਟੇ ਪੈਮਾਨੇ ਉੱਤੇ ਸ਼ੁਰੂ ਕਰ ਰਹੇ ਹੋ ਤਾਂ ਤੁਹਾਨੂੰ ਘੱਟੋ-ਘੱਟ 1000 ਵਰਗ ਫੁੱਟ ਦੇ ਖੇਤਰ ਦੀ ਲੋੜ ਹੋਵੇਗੀ। ਇਸ ਵੀਡੀਓ ਵਿੱਚ ਦਿਖਾਏ ਗਏ ਪਲਾਂਟ ਦਾ ਖੇਤਰਫਲ ਲਗਭਗ 4000 ਵਰਗ ਫੁੱਟ ਹੈ। ਖੇਤਰ ਤੁਹਾਡੇ ਪ੍ਰੋਜੈਕਟ ਦੇ ਆਕਾਰ ਉੱਤੇ ਵੀ ਨਿਰਭਰ ਕਰਦਾ ਹੈ। ਕੱਚੇ ਮਾਲ ਲਈ ਤੁਹਾਨੂੰ ਦੁੱਧ, ਚੀਨੀ, ਆਈਸਕ੍ਰੀਮ ਸਟੇਬਲਾਈਜ਼ਰ, ਇਮਲਸੀਫਾਇਰ, ਸਵਾਦ, ਤੱਤ ਅਤੇ ਭੋਜਨ ਦੇ ਰੰਗ ਦੀ ਲੋੜ ਪਵੇਗੀ। ਪੈਕੇਜਿੰਗ ਸਮੱਗਰੀ ਲਈ ਤੁਹਾਨੂੰ ਕੱਪ, ਕੋਨ ਅਤੇ ਬਕਸੇ ਦੀ ਲੋੜ ਪਵੇਗੀ। ਆਓ ਜਾਣਦੇ ਹਾਂ ਆਈਸਕ੍ਰੀਮ ਬਣਾਉਣ ਦੀ ਪ੍ਰਕਿਰਿਆ ਨੂੰ ਸਮਝਣ ਲਈ। ਆਈਸਕ੍ਰੀਮ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਲਿਕੁਇਡ ਬੇਸ ਤਿਆਰ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਪਹਿਲਾਂ ਤਾਜ਼ਾ ਦੁੱਧ ਇਕੱਠਾ ਕਰਨਾ ਹੋਵੇਗਾ ਅਤੇ ਗੁਣਵੱਤਾ ਦੀ ਜਾਂਚ ਕਰਨੀ ਪਵੇਗੀ। ਫਿਰ ਇਸ ਦੁੱਧ ਨੂੰ ਕਰੀਮ ਦੇ ਰੂਪ ਵਿੱਚ ਵੱਖ ਕਰਨ ਲਈ ਡਿਗਰੀ ਸੈਲਸੀਅਸ ਤਾਪਮਾਨ ਉੱਤੇ ਗਰਮ ਕੀਤਾ ਜਾਵੇਗਾ। ਹੁਣ ਇਸ ਦੁੱਧ ਦਾ ਮਾਨਕੀਕਰਨ ਕੀਤਾ ਜਾਵੇਗਾ ਜਿਸ ਵਿੱਚ ਸਕਿਮ ਦੁੱਧ ਵਿੱਚ ਚਰਬੀ ਦੀ ਲੋੜੀਂਦੀ ਮਾਤਰਾ ਸੰਤੁਲਿਤ ਹੋਵੇ। ਹੁਣ ਇਸ ਦੁੱਧ ਵਿੱਚ ਲੋੜੀਂਦੀ ਮਾਤਰਾ ਵਿੱਚ ਖੰਡ ਮਿਲਾਈ ਜਾਂਦੀ ਹੈ। ਦੁੱਧ ਨੂੰ ਹੁਣ ਪੈਸਚਰਾਈਜ਼ ਕੀਤਾ ਜਾਂਦਾ ਹੈ ਜਿਸ ਵਿੱਚ ਦੁੱਧ ਨੂੰ 80 ਤੋਂ 85 ਡਿਗਰੀ ਤਾਪਮਾਨ ਉੱਤੇ 30 ਮਿੰਟਾਂ ਲਈ ਗਰਮ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਦੁੱਧ ਵਿੱਚ ਮੌਜੂਦ ਵਿਗਾੜ ਵਾਲੇ ਸੂਖਮ ਜੀਵਾਣੂਆਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਹੁਣ ਦੁੱਧ ਨੂੰ 15 ਡਿਗਰੀ ਸੈਲਸੀਅਸ ਤੱਕ ਠੰਡਾ ਕੀਤਾ ਜਾਂਦਾ ਹੈ। ਇੱਕ ਪੰਪ ਦੀ ਮਦਦ ਲੈ ਕੇ ਦੁੱਧ ਨੂੰ ਹੁਣ ਹੋਮੋਜਨਾਈਜ਼ਰ ਵਿੱਚ ਪਾਸ ਕੀਤਾ ਜਾਂਦਾ ਹੈ। ਇੱਥੇ ਦੁੱਧ ਵਿੱਚ ਮੌਜੂਦ ਫੈਟ ਗਲੋਬੂਲਸ ਦਾ ਇੱਕ ਅਣੂ ਟੁੱਟਣਾ ਹੈ ਜੋ ਉੱਚ ਦਬਾਅ ਦੇ ਤੇਜ਼ ਵਹਾਅ ਦੁਆਰਾ ਵਾਪਰਦਾ ਹੈ। ਹੁਣ ਆਈਸਕ੍ਰੀਮ ਸਟੇਬਲਾਈਜ਼ਰ ਅਤੇ ਇਮਲਸੀਫਾਇਰ ਨੂੰ ਦੁੱਧ ਵਿੱਚ ਲੋੜੀਂਦੀ ਰਚਨਾ ਵਿੱਚ ਮਿਲਾਇਆ ਜਾਂਦਾ ਹੈ ਅਤੇ ਹਿਲਾ ਕੇ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ। ਤਰਲ ਆਧਾਰ ਹੁਣ ਤਿਆਰ ਹੈ। ਹੁਣ ਨਰਮ ਆਈਸਕ੍ਰੀਮ ਤਿਆਰ ਕਰਨ ਲਈ ਇਸ ਦੁੱਧ ਨੂੰ ਉਮਰ ਦੇ ਟੈਂਕ ਵਿੱਚ ਬੁਢਾਪੇ ਲਈ ਟ੍ਰਾਂਸਫਰ ਕੀਤਾ ਜਾਂਦਾ ਹੈ। ਏਜਿੰਗ ਟੈਂਕ ਦਾ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਉੱਤੇ ਸੈੱਟ ਕੀਤਾ ਜਾਂਦਾ ਹੈ ਜਿੱਥੇ ਮਿਸ਼ਰਣ ਨੂੰ 5 ਤੋਂ 8 ਘੰਟਿਆਂ ਲਈ ਰੱਖਿਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਏਜਿੰਗ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਚਰਬੀ ਨੂੰ ਠੰਡਾ ਕਰਨ ਅਤੇ ਕ੍ਰਿਸਟਲਾਈਜ਼ ਕਰਨ ਦਾ ਸਮਾਂ ਦਿੰਦੀ ਹੈ। ਆਈਸਕ੍ਰੀਮ ਮਿਸ਼ਰਣ ਨੂੰ ਸੁਆਦਲਾ ਟੈਂਕ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਜਿੱਥੇ ਵਨੀਲਾ, ਚਾਕਲੇਟ, ਬਟਰਸਕੌਚ ਵਰਗੇ ਸੁਆਦਲੇ ਤੱਤ ਸ਼ਾਮਲ ਕੀਤੇ ਜਾਂਦੇ ਹਨ। ਸਵਾਦ ਜੋੜਨ ਤੋਂ ਬਾਅਦ ਮਿਸ਼ਰਣ ਨੂੰ ਲਗਾਤਾਰ ਫ੍ਰੀਜ਼ਰ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਅੰਤਮ ਉਤਪਾਦ ਹੁੰਦਾ ਹੈ, ਭਾਵ ਆਈਸਕ੍ਰੀਮ ਬਣਾਈ ਜਾਂਦੀ ਹੈ। ਇੱਕ ਵਾਰ ਆਈਸਕ੍ਰੀਮ ਤਿਆਰ ਹੋ ਜਾਣ ਉੱਤੇ ਇਸ ਦੀ ਪੈਕੇਜਿੰਗ ਕੀਤੀ ਜਾਂਦੀ ਹੈ ਜਿਵੇਂ ਕਿ ਕੱਪ, ਕੋਨ ਜਾਂ ਬ੍ਰਿਕਸ ਦੀ ਪੈਕਿੰਗ ਜਾਂ ਤਾਂ ਹੱਥੀਂ ਜਾਂ ਆਟੋਮੈਟਿਕ ਮਸ਼ੀਨ ਦੁਆਰਾ ਕੀਤੀ ਜਾ ਸਕਦੀ ਹੈ। ਜਦੋਂ ਵੀ ਅਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਕਿੰਨੇ ਨਿਵੇਸ਼ ਦੀ ਲੋੜ ਹੋਵੇਗੀ ਅਤੇ ਕਿੰਨਾ ਲਾਭ ਕਮਾਇਆ ਜਾ ਸਕਦਾ ਹੈ। ਆਈਸਕ੍ਰੀਮ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਨ ਲਈ ਲਗਭਗ 21 ਲੱਖ ਰੁਪਏ ਦੀ ਲੋੜ ਹੋਵੇਗੀ। ਇਹ ਪੂਰੀ ਤਰ੍ਹਾਂ ਆਟੋਮੈਟਿਕ, ਅਰਧ ਆਟੋਮੈਟਿਕ ਪਲਾਂਟ ਵਰਗੇ ਪ੍ਰੋਜੈਕਟ ਦੇ ਆਕਾਰ ਅਤੇ ਕਿਸਮ ਉੱਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਪੂਰੇ ਦਿਨ ਵਿੱਚ 500 ਲੀਟਰ ਉਤਪਾਦ ਬਣਾਉਂਦੇ ਹੋ ਅਤੇ ਜੇਕਰ ਤੁਹਾਡੇ ਉਤਪਾਦ ਦੀ ਮਾਰਕੀਟ ਰੇਟ 80 ਰੁਪਏ ਪ੍ਰਤੀ ਲੀਟਰ ਹੈ ਅਤੇ ਉਤਪਾਦਨ ਦੀ ਲਾਗਤ 40000 ਰੁਪਏ ਹੈ ਤਾਂ ਕੱਚੇ ਮਾਲ ਅਤੇ ਹੋਰ ਖਰਚਿਆਂ ਨੂੰ ਘਟਾ ਕੇ ਤੁਸੀਂ ਆਸਾਨੀ ਨਾਲ ਲਗਭਗ 4000 ਤੋਂ 4500 ਰੁਪਏ ਦੀ ਬਚਤ ਕਰ ਸਕਦੇ ਹੋ।
इस दा मतलब है कि दित्ती गई समर्था उत्ते तुसीं आसानी नाल 80,000 ਤੋਂ 1 ਲੱਖ रुपए प्रति महीना कमा सकते हो। जिथों तक बिजली दे लोड का सवाल है, इस कारोबार नूं 15 किलोवाट के इलैक्ट्रिक लोड की जरूरत होगी, जो कि प्रोजेक्ट के आकार और मशीनों की किस्म के अनुसार वध जां घट सकती है। यह कारोबार 5x5 मजदूरों नाल शुरू किया जा सकता है। जेकर तुसी इस कारोबार नूं शुरू करना चाहते हो तो कुछ लाइसेंस जिवें कि फसई सर्टिफिकेट, GST सर्टिफिकेट अते उद्यम की लोड़ होगी। स्वनिर्भर भारत मुहिम तहत प्रधानमंत्री माइक्रो फूड इंडस्ट्री अपग्रेडेशन स्कीम PMFME स्कीम ਦੀਆਂ ਵਿਸ਼ੇਸ਼ਤਾਵਾਂ ਹਨ। ਇਹ ਇੱਕ ਆਲ ਇੰਡੀਆ ਕੇਂਦਰੀ ਸਪਾਂਸਰਡ ਸਕੀਮ ਹੈ, ਜਿੱਥੇ ਇਸ ਸਕੀਮ ਅਧੀਨ ਖਰਚੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਵਿਚਕਾਰ ਸਾਂਝੇ ਕੀਤੇ ਜਾਣਗੇ। ਇਸ ਸਕੀਮ ਦੀ ਮਿਆਦ 5 ਸਾਲ 2020-21 ਤੋਂ 2024-25 ਤੱਕ ਹੈ। ਇਸ ਰਾਹੀਂ 2 ਲੱਖ ਮਾਈਕਰੋ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਵਿੱਤੀ, ਤਕਨੀਕੀ, ਮਾਰਕੀਟਿੰਗ ਅਤੇ ਬ੍ਰਾਂਡਿੰਗ ਸਹਾਇਤਾ ਮਿਲੇਗੀ। ਇਸ ਦੇ ਨਾਲ ਹੀ ਵਿਅਕਤੀਗਤ ਇਕਾਈਆਂ ਨੂੰ 35% ਤੱਕ ਕ੍ਰੈਡਿਟ ਲਿੰਕਡ ਗ੍ਰਾਂਟ ਮਿਲੇਗੀ। ਵੱਧ ਤੋਂ ਵੱਧ ਸਬਸਿਡੀ ਪ੍ਰਤੀ ਐਂਟਰਪ੍ਰਾਈਜ਼ 10 ਲੱਖ ਰੁਪਏ ਤੱਕ ਹੋ ਸਕਦੀ ਹੈ। ਲਾਭਪਾਤਰੀਆਂ ਦਾ ਯੋਗਦਾਨ ਵੱਧ ਤੋਂ ਵੱਧ 10% ਹੋਣਾ ਚਾਹੀਦਾ ਹੈ ਅਤੇ ਬਾਕੀ ਰਕਮ ਬੈਂਕ ਤੋਂ ਲੋਨ ਹੋਣੀ ਚਾਹੀਦੀ ਹੈ। ਇਹ ਸਕੀਮ ਪੂੰਜੀ ਨਿਵੇਸ਼ ਲਈ 35% ਕ੍ਰੈਡਿਟ ਲਿੰਕਡ ਗ੍ਰਾਂਟ, FPO, SHG ਉਤਪਾਦਕ ਸਹਿਕਾਰੀ ਸਭਾਵਾਂ ਦੇ ਨਾਲ ਸਮੁੱਚੀ ਮੁੱਲ ਲੜੀ ਦੇ ਨਾਲ ਸਹਾਇਤਾ ਪ੍ਰਦਾਨ ਕਰੇਗੀ। ਸਿਖਲਾਈ ਸਹਾਇਤਾ ਅਤੇ 35% ਦੀ ਕ੍ਰੈਡਿਟ ਗ੍ਰਾਂਟ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸਵੈ ਸਹਾਇਤਾ ਸਮੂਹ SHG ਲਈ ਫੈਡਰੇਸ਼ਨ ਪੱਧਰ ਉੱਤੇ ਰੁਪਏ ਦੀ ਸ਼ੁਰੂਆਤੀ ਪੂੰਜੀ ਮਿਲੇਗੀ 40,000 ਰੁਪਏ ਪ੍ਰਤੀ ਮੈਂਬਰ। ਇਸ ਸਕੀਮ ਦੇ ਤਹਿਤ ਇੱਕ ਸਾਂਝੀ ਪ੍ਰੋਸੈਸਿੰਗ ਸਹੂਲਤ, ਪ੍ਰਯੋਗਸ਼ਾਲਾ, ਇਨਕੂਬੇਸ਼ਨ ਸੈਂਟਰ, ਵੇਅਰ ਹਾਊਸ, ਕੋਲਡ ਸਟੋਰੇਜ ਆਦਿ ਨੂੰ ਆਮ ਬੁਨਿਆਦੀ ਢਾਂਚੇ ਲਈ 35% ਕ੍ਰੈਡਿਟ ਲਿੰਕਡ ਗ੍ਰਾਂਟ ਮਿਲੇਗੀ। ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਅਧੀਨ ਤੁਸੀਂ ਮੰਤਰਾਲਿਆਂ ਦੀ ਵੈਬਸਾਈਟ www.mofpi.nic.in.pmfme ਉੱਤੇ PMFME ਸਕੀਮ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। PMFME ਸਕੀਮ ਅਤੇ ਆਪਰੇਸ਼ਨ ਗ੍ਰੀਨਜ਼ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ 013022811089 ਉੱਤੇ ਸੰਪਰਕ ਕਰ ਸਕਦੇ ਹੋ। ਤੁਸੀਂ NIFTEM ਵੈਬਸਾਈਟ ਉੱਤੇ PMFME ਲਿੰਕਡ ਉੱਤੇ ਫੂਡ ਪ੍ਰੋਸੈਸਿੰਗ ਉਦਯੋਗ ਬਾਰੇ ਜਾਣਕਾਰੀ ਅਤੇ ਵੀਡੀਓ ਪ੍ਰਾਪਤ ਕਰ ਸਕਦੇ ਹੋ। ਧੰਨਵਾਦ।